ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਭ ਤੋਂ ਪਲੈਨਡ ਸਿਟੀ ਹੋਣ ਚ ਆਇਆ ਤੇ ਖੂਬਸੂਰਤੀ ਦੀ ਮਿਸਾਲ ਬਣਿਆ, ਉਹ ਸ਼ਹਿਰ ਹੈ ਦ ਸਿਟੀ ਬਿਊਟੀਫੁਲ ਚੰਡੀਗੜ੍ਹ। 1966 ਚ ਹਰਿਆਣਾ ਦੇ ਪੰਜਾਬ ਤੋਂ ਵੱਖਰਾ ਸੂਬਾ ਬਣਨ ਤੋਂ ਬਾਅਦ ਇਸ ਸ਼ਹਿਰ ਨਾਲ ਜੁੜੇ ਸਿਆਸੀ ਵਿਵਾਦ ਸਾਲ ਦਰ ਸਾਲ ਵੱਧਦੇ ਗਏ ਨੇ, ਪਰ ਸਿਰਫ ਚੋਣਾਂ ਨੇੜੇ ਮਸਲਾ ਉੱਠਦਾ ਸੀ। ਪਰ ਹੁਣ ਚੋਣਾਂ ਤੋਂ ਇੱਕਦਮ ਬਾਅਦ ਇਹ ਮਸਲਾ ਫਿਰ ਭਖ ਗਿਆ ਤੇ ਹੁਣ ਲੜਾਈ ਬਣ ਗਈ ਹੈ ਸੈਸ਼ਨ ਵਰਸਸ ਸੈਸ਼ਨ। ਇਹ ਮੁੱਦਾ ਕੋਈ ਨਵਾਂ ਨਹੀਂ ਹੈ, ਪਰ ਐਤਕੀ ਟਾਈਮਿੰਗ ਵੱਖਰੀ ਹੈ। ਪਹਿਲਾਂ ਸਿਰਫ ਚੋਣਾਂ ਦੌਰਾਨ ਇਹ ਸੁਣਾਈ ਦਿੰਦਾ ਸੀ, ਪਰ ਹੁਣ ਚੋਣਾਂ ਤੋਂ ਇੱਕਦਮ ਬਾਅਦ ਸਰਕਾਰ ਬਣਨ ਮਗਰੋਂ ਵੀ ਇਹ ਮੁੱਦਾ ਗਰਮਾ ਗਿਆ। ਵਜ੍ਹਾ ਕੀ ਹੈ, ਸੁਣਦੇ ਹਾਂ। चंडीगढ़ प्रशासन के सभी कर्मचारियों की सेवा की शर्तों को केंद्रीय सिविल सेवाओं के साथ जोड़ने का निर्णय भारत सरकार ने किया। इससे बहुत बड़ा फायदा आप लोगों को होने वाला है। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਫੇਰੀ ਤੇ ਆਏ ਸਨ ਅਤੇ ਕੁੰਡ ਚੁਕਾਈ ਅਤੇ ਨੀਂਹ ਪੱਥਰਾਂ ਵਾਲੇ ਸਮਾਗਮ ਤੋਂ ਬਾਅਦ ਸ਼ਾਮ ਵੇਲੇ ਦਿੱਲੀ ਜਾਣ ਲੱਗਿਆਂ ਦੇ ਗਏ ਸਨ ਇੱਕ ਅਜਿਹਾ ਸੁਨੇਹਾ ਜਿਸ ਨੂੰ ਉਹਨਾਂ ਨੇ ਕੇਂਦਰ ਸ਼ਾਸਿਤ ਖੇਤਰ ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਬਿਹਤਰ ਕਰਾਰ ਦਿੱਤਾ ਸੀ। ਇਹ ਐਲਾਨ ਸੀ ਕੇਂਦਰ ਸ਼ਾਸਿਤ ਖੇਤਰ ਵਿੱਚ ਮੁਲਾਜ਼ਮਾਂ ਦੇ ਲਈ ਕੇਂਦਰੀ ਸਰਵਿਸਿਜ਼ ਰੂਲਸ ਲਾਗੂ ਕਰਨ ਦਾ। ਨਾਲ ਹੀ ਦਾਅਵਾ ਇਹ ਕੀਤਾ ਕਿ ਇਸ ਦੇ ਨਾਲ ਮੁਲਾਜ਼ਮਾਂ ਦਾ ਪੇ ਸਕੇਲ ਵੀ ਵੱਧ ਜਾਵੇਗਾ। ਕੀ ਕਿਹਾ ਸੀ ਕੇਂਦਰੀ ਗ੍ਰਹਿ ਮੰਤਰੀ ਨੇ, ਪਹਿਲਾਂ ਇਹ ਸੁਣਦੇ ਹਾਂ। सबसे पहले तो आपकी सेवानिवृत्ति की वय बढ़ जाएगी, 58 की जगह 60 हो जाएगी। शिक्षा के साथ जुड़े हुए सभी कर्मचारी अधिकारी जो है, शिक्षा संस्थान के शिक्षक, प्रोफेसर, शिक्षण संकाय के सभी का निवृत्ति का आयु 65 हो जाएगा और बाल शिक्षा के भत्ते के भी आप लोग हकदार हो जाएंगे। और महिला कर्मचारियों के लिए चाइल्ड केयर के लिए 1 साल की जगह 2 साल की छुट्टी भी इसके अंदर शामिल है। ਕੇਂਦਰੀ ਮੰਤਰੀ ਦਾ ਬਿਆਨ ਦੇ ਕੇ ਦਿੱਲੀ ਪਰਤ ਗਏ, ਪਰ ਉਹਨਾਂ ਦੇ ਜਾਂਦਿਆਂ ਹੀ ਸ਼ੁਰੂ ਹੋ ਗਈ ਸਿਆਸੀ ਮਹਾਭਾਰਤ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਐਕਟਿਵ ਹੋ ਕੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ। ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ, ਦੋਵਾਂ ਦੇ ਆਗੂਆਂ ਨੇ ਤਿੱਖੇ ਬਿਆਨ ਦਿੱਤੇ। ਜਦੋਂ ਸਟੇਟਾਂ ਬਣੀਆਂ ਵੱਖ-ਵੱਖ ਬੋਲੀ ਦੇ ਆਧਾਰ ਤੇ, ਤਾਂ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਜਿਹੜੀ ਪੇਰੈਂਟ ਸਟੇਟ ਸੀ ਉਹਨੂੰ ਉਹ ਕੈਪੀਟਲ ਦਿੱਤਾ ਤੇ ਨਵੀਂ ਸਟੇਟ ਨੂੰ ਜਿਹੜੀ ਉਹਦੇ 'ਚ ਨਿਕਲ ਕੇ ਬਣੀ ਉਹਨੂੰ ਬਣਾ ਕੇ ਦਿੱਤਾ। ਇਹ ਤਾਂ ਸਾਡੇ ਨਾਲ ਧੱਕਾ ਜੇ। ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ BBMB ਦਾ ਕੰਟਰੋਲ ਖੋਇਆ ਸਾਡੇ ਤੋਂ, ਸਾਡੀ ਨੁਮਾਇੰਦਗੀ ਹਟਾ ਦਿੱਤੀ। ਉਸ ਤੋਂ ਪਹਿਲਾਂ ਜਿੱਦਾਂ BSF ਦੇ ਦਾਇਰੇ ਨੂੰ ਰੂਟੀਨ 50 ਕਿਲੋਮੀਟਰ ਤੋਂ ਵਧਾ ਕੇ 150 ਕਿਲੋਮੀਟਰ ਕਰ ਦਿੱਤਾ। ਇਹਦਾ ਮਤਲਬ ਇਹ ਆ ਕਿ ਪੰਜਾਬ ਕੇਂਦਰ ਦੀ ਸਰਕਾਰ ਪੰਜਾਬ ਨੂੰ ਆਪਣੇ ਰਿਮੋਟ ਕੰਟਰੋਲ ਰਾਹੀਂ ਚਲਾਉਣਾ ਚਾਹੁੰਦੀ ਹੈ। ਪਰ ਇਸ ਸਭ ਦੇ ਵਿਚਾਲੇ ਇੰਤਜ਼ਾਰ ਪੰਜਾਬ ਸਰਕਾਰ ਦੇ ਪ੍ਰਤੀਕਰਮ ਦਾ ਸੀ, ਜੋ ਪਹਿਲਾਂ ਟਵਿੱਟਰ ਤੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਸਿਓਂ ਸਾਹਮਣੇ ਆਇਆ। ਤਾਂ ਇਸ ਮਗਰੋਂ ਐਲਾਨ ਇੱਕ ਦਿਨਾ ਵਿਸ਼ੇਸ਼ ਇਜਲਾਸ ਸੱਦਣ ਦਾ ਵੀ ਕਰ ਦਿੱਤਾ ਗਿਆ। ਇਜਲਾਸ ਦੌਰਾਨ ਚਰਚਾ ਹੋਈ ਤਾਂ ਮੁੱਖ ਮੰਤਰੀ ਨੇ ਰੱਖਿਆ ਹਾਊਸ ਦੇ ਅੱਗੇ ਮਤਾ ਕਿ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਪੰਜਾਬ ਨੂੰ ਦੇ ਦਿੱਤਾ ਜਾਵੇ। ਭਾਜਪਾ ਨੂੰ ਛੱਡ ਹਾਊਸ ਦੇ ਬਾਕੀ ਮੈਂਬਰਾਂ ਨੇ ਇਸ ਤੇ ਸਹਿਮਤੀ ਵੀ ਜ਼ਾਹਿਰ ਕਰ ਦਿੱਤੀ। ਇਸੇ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ 'ਚ ਹਮੇਸ਼ਾ 60-40 ਦੇ ਅਨੁਪਾਤ ਵਿੱਚ ਪੰਜਾਬ ਤੇ ਹਰਿਆਣਾ ਦੇ ਅਫਸਰਾਂ ਦੁਆਰਾ ਵਿਵਸਥਿਤ ਕੀਤਾ ਜਾਂਦਾ ਹੈ। ਪਰ ਹਾਲ ਵਿੱਚ ਹੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿਖੇ ਬਾਹਰਲੇ ਅਫਸਰਾਂ ਨੂੰ ਤਾਇਨਾਤ ਕੀਤਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀਆਂ ਲਈ ਕੇਂਦਰੀ ਸਿਵਲ ਸੇਵਾ ਨਿਯਮ ਲਾਗੂ ਕੀਤੇ ਹਨ, ਜੋ ਅਤੀਤ ਵਿੱਚ ਬਣੀ ਸਹਿਮਤੀ ਸਮਝ ਦੇ ਬਿਲਕੁਲ ਵਿਰੁੱਧ ਹਨ। ਚੰਡੀਗੜ੍ਹ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਸੀ। ਜੇਕਰ ਪਿਛਲੀਆਂ ਮਿਸਾਲਾਂ ਵੇਖੋ ਤਾਂ ਜਦੋਂ ਵੀ ਕਿਸੇ ਰਾਜ ਦਾ ਬਟਵਾਰਾ ਹੋਇਆ ਹੈ ਤਾਂ ਰਾਜਧਾਨੀ ਮੂਲ ਰਾਜ ਦੇ ਕੋਲੇ ਰਹਿੰਦੀ ਹੈ। ਇਸ ਲਈ ਪੰਜਾਬ ਮੁਕੰਮਲ ਤੌਰ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤੇ ਜਾਣ ਲਈ ਆਪਣਾ ਦਾਅਵਾ ਪੇਸ਼ ਕਰ ਰਿਹਾ ਹੈ। ਮਤਾ ਪਾਸ ਹੋ ਗਿਆ ਤਾਂ ਪੰਜਾਬ ਸਰਕਾਰ ਨੇ ਦਾਅਵਾ ਕਰ ਦਿੱਤਾ ਕਿ ਸੂਬੇ ਦੇ ਹੱਕਾਂ ਲਈ ਉਹ ਲਗਾਤਾਰ ਡਟ ਕੇ ਖੜੇ ਨੇ ਅਤੇ ਆਪਣੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ। ਸੋ ਸਿਟੀ ਬਿਊਟੀਫੁਲ ਦੀ ਇਹ ਲੜਾਈ ਵੱਖਰੇ ਸਿਆਸੀ ਮੋੜ ਤੇ ਪਹੁੰਚ ਚੁੱਕੀ ਹੈ। ਪੰਜਾਬ ਸਰਕਾਰ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਪੂਰਨ ਤੌਰ ਤੇ ਦਿੱਤੇ ਜਾਣ ਦਾ ਮਤਾ ਪਾਸ ਕੀਤਾ ਤਾਂ ਹਰਿਆਣਾ ਸਰਕਾਰ ਨੇ ਵੀ ਸੈਸ਼ਨ ਸੱਦ ਲਿਆ ਤੇ ਲੜਾਈ ਬਣ ਗਈ ਹੈ ਹੁਣ ਸੈਸ਼ਨ ਬਨਾਮ ਸੈਸ਼ਨ।
ਸੋ ਪੰਜਾਬ ਸਰਕਾਰ ਨੇ ਮਤਾ ਪਾਸ ਕਰ ਦਿੱਤਾ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇਸੇ ਮੁੱਦੇ ਤੇ ਮਿਲਣ ਦੀਆਂ। ਪਰ ਇਸ ਤੋਂ ਪਹਿਲਾਂ ਹੀ ਹਰਿਆਣਾ ਦੀ ਸਿਆਸਤ ਵੀ ਗਰਮਾਉਣ ਲੱਗ ਪਈ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ 31 ਮਾਰਚ ਨੂੰ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ। ਮੁੱਦਾ ਭਖਦਾ ਗਿਆ ਤੇ ਸਿਆਸਤ ਤਪਦੀ ਗਈ। ਪੰਜਾਬ ਦੇ ਮਤੇ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਧਿਰਾਂ ਅਤੇ ਸਿਆਸੀ ਚਿਹਰਿਆਂ ਦੇ ਬਿਆਨ ਲਗਾਤਾਰ ਆਣੇ ਸ਼ੁਰੂ ਹੋ ਗਏ। ਇਸ ਸਭ ਦੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਦੇ ਤੇਵਰ ਵੀ ਤਿੱਖੇ ਹੁੰਦੇ ਜਾ ਰਹੇ ਸਨ। ਜਨਤਕ ਰੈਲੀਆਂ ਵਿੱਚ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਮਤੇ ਅਤੇ ਸਰਕਾਰ ਦੇ ਫੈਸਲੇ ਤੇ ਸਵਾਲ ਖੜੇ ਕੀਤੇ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸਮਝ ਜਾਓ ਗਲਤ ਹੱਥਾਂ ਵਿੱਚ ਫਸ ਗਏ ਹੋ। मैं पंजाब की जनता से कहूंगा कि समझ जाए गलत हाथ में फंस गए हैं। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਇੱਕ ਖਾਸ ਇਜਲਾਸ ਸੱਦਣ ਦਾ ਐਲਾਨ ਵੀ ਕਰ ਦਿੱਤਾ, ਪਰ ਇਹ ਸੈਸ਼ਨ ਦਾ ਦਾਇਰਾ ਸਿਰਫ ਚੰਡੀਗੜ੍ਹ ਤੱਕ ਸੀਮਤ ਨਾ ਰਿਹਾ ਅਤੇ ਇਸ ਵਿੱਚ SYL ਵੀ ਜੋੜ ਲਿਆ ਗਿਆ। ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਮੀਟਿੰਗ ਹੋਈ ਤਾਂ ਵਿਧਾਨ ਸਭਾ ਦੇ ਸਪੀਕਰ ਨੇ ਇਸ ਮੀਟਿੰਗ ਮਗਰੋਂ ਸੈਸ਼ਨ ਸੱਦਣ ਦਾ ਐਲਾਨ ਕਰ ਦਿੱਤਾ। हरियाणा सरकार ने 5 तारीख को एक स्पेशल सेशन 5 अप्रैल को 11 बजे हमने कॉल किया है। आज ही कैबिनेट की मीटिंग के अंदर ये तय हुआ। चंडीगढ़ का मसला नहीं, इसके साथ और बहुत अन्य मसले जुड़े हुए हैं, चाहे वो SYL है, चाहे वो अदर स्पीकिंग हिंदी स्पीकिंग एरियाज हैं। ਪੰਜਾਬ ਦੇ ਸਿਆਸਤਦਾਨ ਸਰਗਰਮਤਾ ਸੀ ਹੀ ਸੋਸ਼ਲ ਮੀਡੀਆ ਤੇ ਤਿੱਖੇ ਵੀ ਹੋ ਗਏ। ਨਿਸ਼ਾਨੇ ਤੇ ਕੇਂਦਰ ਵੀ ਸੀ, ਹਰਿਆਣਾ ਵੀ ਅਤੇ ਪੰਜਾਬ ਵਿੱਚ ਹੀ ਵਿਰੋਧੀ ਸਿਆਸੀ ਧਿਰਾਂ ਵੀ। ਹਰਿਆਣਾ ਦੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਪ੍ਰਤੀਕਰਮ ਦੀ ਸ਼ੁਰੂਆਤ ਸੁਨੀਲ ਜਾਖੜ ਦੇ ਟਵੀਟ ਨਾਲ ਹੋਈ, ਜਿਸ ਵਿੱਚ ਉਹਨਾਂ ਚੰਡੀਗੜ੍ਹ ਨੂੰ ਇੱਕ ਡੈਡ ਮੁੱਦਾ ਕਰਾਰ ਦਿੱਤਾ। ਜਦਕਿ ਕੁਝ ਵਕਤ ਬਾਅਦ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ, ਜਿਸ ਵਿੱਚ ਉਹਨਾਂ ਲਿਖਿਆ ਕਿ ਚੰਡੀਗੜ੍ਹ ਦਾ ਬਹਾਨਾ ਹੈ, ਅਸਲ ਵਿੱਚ ਪੰਜਾਬ ਦੇ ਪਾਣੀਆਂ ਤੇ ਨਿਸ਼ਾਨਾ ਹੈ। ਹਾਲਾਂਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਤਾਂ ਸ਼ੁਰੂ ਤੋਂ ਹੀ ਪੰਜਾਬ ਦਾ ਹਿੱਸਾ ਰਿਹਾ ਹੈ। ਹਰਿਆਣਾ ਦੀ ਵੰਡ ਹੋਈ, ਉਸ ਫਾਰਮੂਲੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਬਣਦਾ, ਖੱਡ ਤਹਿਸੀਲ ਦੇ ਵਿੱਚ ਇਹ। ਪਰ ਉਦੋਂ ਵਕਤੀ ਤੌਰ ਤੇ ਯੂਟੀ ਬਣਾਇਆ ਸੀ, ਪਰ ਹੁਣ ਪੱਕੇ ਤੌਰ ਤੇ ਯੂਟੀ ਬਣਾਉਣ ਤੇ ਮੋਹਰ ਲਾਤੀ, ਜਿਹੜਾ ਗ੍ਰਹਿ ਮੰਤਰੀ ਜੀ ਨੇ ਸੈਂਟਰ ਸਰਵਿਸ ਰੂਲ ਲਾਗੂ ਕਰਨ ਦਾ ਐਲਾਨ ਕਰਤਾ। ਸੋ ਕੁੱਲ ਮਿਲਾ ਕੇ ਇਸ ਪੂਰੇ ਮਸਲੇ ਤੇ ਦੋਵੇਂ ਸੂਬਿਆਂ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਹੁਣ ਨਜ਼ਰਾਂ ਟਿਕੀਆਂ ਨੇ ਤਾਂ ਹਰਿਆਣਾ ਸਰਕਾਰ ਦੇ ਸੈਸ਼ਨ ਤੇ ਕਿ ਆਖਰ ਪੰਜਾਬ ਸਰਕਾਰ ਦੇ ਸੱਦੇ ਸੈਸ਼ਨ ਤੇ ਇਸ ਵਿੱਚ ਪਾਸ ਕੀਤੇ ਗਏ ਮਤੇ ਦਾ ਹਰਿਆਣਾ ਵਿਧਾਨ ਸਭਾ ਦੇ ਖਾਸ ਇਜਲਾਸ ਵਿੱਚ ਕੀ ਜਵਾਬ ਦਿੱਤਾ ਜਾਂਦਾ ਹੈ। ਸੋ ਚੰਡੀਗੜ੍ਹ ਦੇ ਮੁਤਲਕ ਹਰਿਆਣਾ ਦੇ ਆਪਣੇ ਤਰਕ ਨੇ ਤਾਂ ਪੰਜਾਬ ਦੇ ਆਪਣੇ ਤਰਕ ਨੇ। ਅਜਿਹੇ 'ਚ ਉਹ ਲੋਕ ਜੋ ਇਸ ਪੂਰੇ ਮੁੱਦੇ ਨੂੰ ਸਿਆਸਤ ਤੋਂ ਵੱਖ ਹੋ ਕੇ ਵਾਚਦੇ ਨੇ, ਉਹ ਕੀ ਕਹਿੰਦੇ ਨੇ, ਉਹ ਵੀ ਸੁਣ ਲੈਂਦੇ ਆ। ਚੰਡੀਗੜ੍ਹ ਨੂੰ ਲੈ ਕੇ ਇਹ ਵਿਵਾਦ ਦੀ ਸ਼ੁਰੂਆਤ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੀ ਵਿਧਾਨ ਸਭਾ ਵਿੱਚ ਇਸੇ ਵਿਸ਼ੇ ਤੇ ਮਤਾ ਪਾਇਆ ਗਿਆ ਸੀ। 7 ਵਾਰ ਪਾਏ ਗਏ ਮਤੇ ਦੀ ਗੱਲ ਕਰੀਏ ਤਾਂ ਸ਼ੁਰੂਆਤ 18 ਮਈ 1967 ਨੂੰ ਆਚਾਰਿਆ ਪ੍ਰਿਥਵੀ ਸਿੰਘ ਆਜ਼ਾਦ ਦੇ ਮਤੇ ਨਾਲ ਹੋਈ ਸੀ। ਚੌਧਰੀ ਬਲਬੀਰ ਸਿੰਘ 19 ਜਨਵਰੀ 1970 ਨੂੰ ਇੱਕ ਮਤਾ ਲੈ ਕੇ ਆਏ, ਜਦਕਿ ਸੁਖਦੇਵ ਸਿੰਘ ਢਿੱਲੋਂ ਨੇ 7 ਸਤੰਬਰ 1978 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਮਤਾ ਲਿਆਂਦਾ। ਬਲਦੇਵ ਸਿੰਘ ਮਾਨ 31 ਅਕਤੂਬਰ 1985 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਇੱਕ ਮਤਾ ਲੈ ਕੇ ਆਏ ਸੀ। ਉਧਰ ਓਮ ਪ੍ਰਕਾਸ਼ ਗੁਪਤਾ ਨੇ 6 ਮਾਰਚ 1986 ਨੂੰ ਮਤਾ ਲੈ ਕੇ ਆਂਦਾ ਤੇ 23 ਦਸੰਬਰ 2014 ਨੂੰ ਗੁਰਦੇਵ ਸਿੰਘ ਝੂਲਨ ਨੇ ਬਾਦਲ ਸਰਕਾਰ ਦੌਰਾਨ ਹੀ ਇਹ ਮਤਾ ਲਿਆਂਦਾ ਸੀ ਤੇ 1 ਅਪ੍ਰੈਲ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8 ਸਾਲਾਂ ਦੇ ਫਰਕ ਤੋਂ ਬਾਅਦ ਇਹ ਮਤਾ ਪੇਸ਼ ਕੀਤਾ। ਇਹਨਾਂ ਮਤਿਆਂ ਦੇ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਵਿੱਚ ਵੀ ਬਿਆਨ ਦਿੱਤਾ ਸੀ। ਇਹ 6 ਮਤੇ ਉਹ ਨੇ ਜਿਨ੍ਹਾਂ ਦੇ ਵਿੱਚ ਇੱਕ ਵਾਰ ਵੀ ਮੇਰੇ ਸਤਿਕਾਰਯੋਗ ਕਾਂਗਰਸ ਦੇ ਸਾਥੀ ਗੱਲ ਕਰ ਰਹੇ ਸੀਗੇ, ਇੱਕ ਵਾਰ ਵੀ ਮਤਾ ਜਿਹੜਾ ਸਰ ਇਹ ਕਾਂਗਰਸ ਦੀ ਸਰਕਾਰ ਵੇਲੇ ਨਹੀਂ ਆਇਆ ਹੈਗਾ। ਇੱਕ ਵਾਰ ਵੀ, ਨਾਟ ਈਵਨ ਸਿੰਗਲ ਵਾਂਸ ਮਤਾ ਪੈਂਦਾ ਰਿਹਾ। ਉੱਪਰ ਕੇਂਦਰ ਦੇ ਵਿੱਚ 4 ਵਾਰੀ ਇਹਨਾਂ ਸਮੇਂ ਦੌਰਾਨ ਕਾਂਗਰਸ ਦੀ ਸਰਕਾਰ ਸੀਗੀ, ਜਿਹਦੇ ਚ 2 ਵਾਰੀ ਇੰਦਰਾ ਗਾਂਧੀ ਜੀ ਦੀ, ਰਾਜੀਵ ਗਾਂਧੀ ਜੀ ਦੀ ਔਰ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ। ਪਰ 24 ਸਾਲ, ਔਰ ਸਰ ਮੈਂ ਦੱਸਣਾ ਚਾਹੂੰਗਾ ਕਿ 24 ਸਾਲ 1966 ਜਦੋਂ ਪੰਜਾਬ ਰੀਆਰਗੇਨਾਈਜ਼ ਹੋਇਆ ਨਾ ਜੀ, 24 ਸਾਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ। 24 ਸਾਲ ਤੇ ਇੱਕ ਵਾਰ ਵੀ ਮਤਾ ਪੇਸ਼ ਨਹੀਂ ਹੋਇਆ ਹੈਗਾ। ਇੱਕ ਵਾਰ ਵੀ 26 ਸਾਲ ਰਹੀ ਹੈ
ਇਹਨਾਂ 1 ਨਵੰਬਰ 1966 ਤੋਂ ਬਾਅਦ ਜਦੋਂ ਦਾ ਪੰਜਾਬ ਰੀਆਰਗੇਨਾਈਜ਼ ਹੋਇਆ 26 ਸਾਲ ਰਹੀ ਹੈ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ। 24 ਸਾਲ ਇੱਥੇ ਤੇ 26 ਸਾਲ ਉੱਥੇ। ਸੋ 6 ਮਤੇ ਪਹਿਲਾਂ ਦੇ ਅਤੇ ਇੱਕ ਹੋਰ ਮਤਾ ਭਗਵੰਤ ਮਾਨ ਵੱਲੋਂ ਇਸ ਮਸਲੇ ਤੇ ਪਾ ਕੇ ਕੁੱਲ 7 ਵਾਰ ਮਤੇ ਪਾਏ ਜਾ ਚੁੱਕੇ ਨੇ। ਪਹਿਲੇ 6 ਮਤਿਆਂ ਦਾ ਅੰਜਾਮ ਕੀ ਹੋਇਆ ਹੈ ਇਹ ਵੀ ਇਤਿਹਾਸ ਵਿੱਚ ਲਿਖਤ ਹੈ, ਪਰ ਐਤਕੀ ਜਿਹੜਾ 7ਵਾਂ ਮਤਾ ਪਾਇਆ ਗਿਆ ਹੈ ਕਿ ਇਹ ਅੱਗੇ ਤੱਕ ਆਪਣੇ ਅੰਜਾਮ ਨੂੰ ਫੜੇਗਾ ਜਾਂ ਸਿਆਸੀ ਬਹਿਸ ਬਸਾਈ ਅਤੇ ਵਿਵਾਦਾਂ ਵਿੱਚ ਉਲਝ ਕੇ ਖਤਮ ਤਾਂ ਨਹੀਂ ਹੋ ਜਾਵੇਗਾ, ਸਵਾਲ ਕਾਇਮ ਹੈ। ਤੇ ਕਈ ਮਸਲੇ ਅਜਿਹੇ ਨੇ ਜਿਨ੍ਹਾਂ ਨੇ ਲਗਾਤਾਰ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਰਿਸ਼ਤਿਆਂ ਨੂੰ ਰਾਜਨੀਤੀ ਦੇ ਮੈਦਾਨ 'ਚ ਲਿਆਂਦਾ। ਫਿਰ ਗੱਲ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਹੋਵੇ ਜਾਂ BBMB ਦੀ, ਹਰ ਜਗ੍ਹਾ ਤੇ ਆਪਣਾ ਹੱਕ ਜਤਾਉਣ ਦਾ ਮੌਕਾ ਕੋਈ ਨਹੀਂ ਛੱਡਣਾ ਚਾਹੁੰਦਾ। ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਦਾ ਵਿਵਾਦ ਕਾਫੀ ਚਿਰ ਤੋਂ ਵੱਖ-ਵੱਖ ਮੁੱਦਿਆਂ ਤੇ ਭਖਦਾ ਰਿਹਾ ਹੈ। ਫਰਵਰੀ 2022 ਵਿੱਚ ਲਏ ਗਏ ਫੈਸਲੇ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਵਿੱਚ ਹਰਿਆਣਾ ਤੇ ਪੰਜਾਬ ਦੀ ਪੱਕੀ ਮੈਂਬਰਸ਼ਿਪ ਮੁੱਕ ਗਈ। ਹੁਣ ਤੱਕ BBMB ਦਾ ਇੱਕ ਮੈਂਬਰ ਪੰਜਾਬ ਦੇ ਬਿਜਲੀ ਮਹਿਕਮੇ ਅਤੇ ਇੱਕ ਮੈਂਬਰ ਹਰਿਆਣਾ ਦੇ ਸਿੰਜਾਈ ਮਹਿਕਮੇ ਤੋਂ ਹੁੰਦਾ ਸੀ। ਸੋਧੇ ਗਏ ਨਿਯਮਾਂ ਤੋਂ ਬਾਅਦ ਹੁਣ ਦੂਜੇ ਸੂਬਿਆਂ ਤੋਂ ਵੀ ਮੈਂਬਰ ਲਏ ਜਾ ਸਕਣਗੇ। ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੇਮ 2022 ਨੂੰ ਲਾਗੂ ਕਰ ਦਿੱਤਾ। ਇਸ ਸੰਬੰਧ ਵਿੱਚ ਕੇਂਦਰੀ ਮੰਤਰਾਲੇ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ, ਜਿਸ ਤਹਿਤ BBMB ਤੋਂ ਪੰਜਾਬ ਅਤੇ ਹਰਿਆਣਾ ਦੀ ਪੱਕੀ ਮੈਂਬਰਸ਼ਿਪ ਖਤਮ ਹੋਈ। ਪੱਕੀ ਮੈਂਬਰਸ਼ਿਪ ਖਤਮ ਕਰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਸਿਆਸਤ ਗਰਮਾਈ ਰਹੀ। ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਨੇ ਪੰਜਾਬ ਵਿੱਚ ਇਸ ਦਾ ਵਿਰੋਧ ਕੀਤਾ ਤੇ ਨਵੇਂ ਨਿਯਮਾਂ ਦੇ ਤਹਿਤ ਮੈਂਬਰਾਂ ਦੀ ਚੋਣ ਦੇ ਲਈ ਪੈਰਾਮੀਟਰ ਅਜਿਹੇ ਰੱਖੇ ਗਏ ਜਿਨ੍ਹਾਂ ਨੂੰ ਪੂਰਾ ਕਰਨਾ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਲਈ ਮੁਮਕਿਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ UT ਪ੍ਰਸ਼ਾਸਨ ਦੇ ਵਿੱਚ ਅਧਿਕਾਰੀਆਂ ਦੀ ਘਾਟ ਹੋਣ ਤੇ 17 ਫਰਵਰੀ ਨੂੰ ਕੇਂਦਰ ਨੇ ਚੰਡੀਗੜ੍ਹ ਦੇ ਲਈ ਦਿੱਲੀ, ਅੰਡੇਮਾਨ ਨਿਕੋਬਾਰ ਟਾਪੂ, ਲਕਸ਼ਦੀਪ, ਦਮਨ, ਦੀਵ ਅਤੇ ਦਾਦਰਾ ਨਗਰ ਹਵੇਲੀ ਸਿਵਲ ਸਰਵਿਸਿਜ਼ ਯਾਨੀ ਦਾਨਿਕਸ ਕੈਡਰ ਦੇ 3 ਅਧਿਕਾਰੀ ਤਾਇਨਾਤ ਕੀਤੇ ਸਨ। ਇਹਨਾਂ 'ਚ ਸਾਲ 2009 ਬੈਚ ਦੇ ਦਾਨਿਕਸ ਅਧਿਕਾਰੀ D ਕਾਰਤਿਕੇਯਨ, 2010 ਬੈਚ ਦੇ ਅਖਿਲ ਕੁਮਾਰ ਅਤੇ ਅਮਿਤ ਕੁਮਾਰ ਸ਼ਾਮਿਲ ਸੀ। ਆਮ ਤੌਰ ਤੇ ਕੇਂਦਰ ਸਰਕਾਰ ਤੋਂ AGMUT ਕੈਡਰ ਦੇ ਅਧਿਕਾਰੀ ਹੀ ਚੰਡੀਗੜ੍ਹ ਵਿੱਚ ਭੇਜੇ ਜਾਂਦੇ ਸਨ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਤੋਂ ਡੈਪੂਟੇਸ਼ਨ ਦੇ ਅਧਿਕਾਰੀ ਸੱਦੇ ਜਾਂਦੇ ਰਹੇ ਨੇ, ਪਰ ਪਹਿਲੀ ਵਾਰ ਕੇਂਦਰ ਸਰਕਾਰ ਨੇ ਦਾਨਿਕਸ ਅਧਿਕਾਰੀਆਂ ਨੂੰ ਚੰਡੀਗੜ੍ਹ ਵਿੱਚ ਤਾਇਨਾਤ ਕੀਤਾ। ਦੱਸ ਦਈਏ ਕਿ ਦਾਨਿਕਸ ਕੈਡਰ ਦੇ ਅਧਿਕਾਰੀਆਂ ਦੀ ਵੀ ਚੋਣ UPSC ਪ੍ਰੀਖਿਆ ਦੇ ਰਾਹੀਂ ਹੁੰਦੀ ਹੈ। ਇਸ ਸੇਵਾ ਦੇ ਅਧਿਕਾਰੀ ਵੀ UPSC ਦੀ ਉਹੀ ਸਿਵਲ ਸਰਵਿਸ ਪ੍ਰੀਖਿਆ ਪਾਸ ਕਰਦੇ ਨੇ ਜਿਸ ਦੇ ਰਾਹੀਂ IPS, IAS ਜਾਂ IFS ਦੇ ਵਜੋਂ ਅਧਿਕਾਰੀਆਂ ਨੂੰ ਚੁਣਿਆ ਜਾਂਦਾ ਹੈ। ਇਹਨਾਂ ਨੂੰ ਮੈਰਿਟ ਲਿਸਟ ਵਿੱਚ ਮਿਲੇ ਨੰਬਰਾਂ ਦੇ ਆਧਾਰ ਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। 4 ਸਾਲ ਪਹਿਲਾਂ ਸਾਲ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਪੰਜਾਬ ਯੂਨੀਵਰਸਿਟੀ ਦੇ ਸਟੇਟਸ ਵਿੱਚ ਬਦਲਾਅ ਦੇ ਐਲਾਨ ਦੇ ਨਾਲ ਇੱਕ ਵਿਵਾਦ ਭਖਿਆ ਸੀ। ਮਸਲਾ ਯੂਨੀਵਰਸਿਟੀ ਦੇ ਗ੍ਰਾਂਟ ਇਨ ਏਡ ਵਿੱਚ ਵਿਸਥਾਰ ਦਾ ਸੀ। ਇਸ ਮਸਲੇ ਤੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਹਰਿਆਣਾ ਦੇ ਕੁਝ ਕਾਲਜਾਂ ਦੀ ਯੂਨੀਵਰਸਿਟੀ ਨਾਲ ਐਫੀਲੀਏਸ਼ਨ ਦਾ ਮੁੱਦਾ ਵੀ ਚੁੱਕਿਆ ਸੀ, ਜਿਸ ਦਾ ਪੰਜਾਬ ਸਰਕਾਰ ਨੇ ਉਸ ਵੇਲੇ ਵਿਰੋਧ ਕੀਤਾ ਸੀ। ਦਰਅਸਲ ਪੰਜਾਬ ਮੁੜਗਠਨ ਐਕਟ 1966 ਦੀ ਧਾਰਾ 72 ਦੇ ਕਲੋਜ਼ ਦੇ ਮੁਤਾਬਿਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ UT ਪ੍ਰਸ਼ਾਸਨ ਦੀ 20 ਤੇ 40% ਦੀ ਹਿੱਸੇਦਾਰੀ ਦੇ ਮੁਤਾਬਿਕ ਇਸ ਪੂਰੇ ਮਾਮਲੇ ਵਿੱਚ ਹਿੱਸੇਦਾਰੀ ਸੀ ਤੇ ਇਸ ਦੇ ਮੁਤਾਬਿਕ ਹੀ ਰੱਖ-ਰਖਾਅ ਸੰਬੰਧੀ ਫੰਡ ਦੀ ਘਾਟ ਦਾ ਭੁਗਤਾਨ ਕੀਤਾ ਜਾਂਦਾ ਸੀ। ਬਾਅਦ ਵਿੱਚ ਹਰਿਆਣਾ ਤੇ ਹਿਮਾਚਲ ਨੇ ਇਸ ਹਿੱਸੇਦਾਰੀ ਵਾਲੀ ਮੈਨੇਜਮੈਂਟ ਤੋਂ ਖੁਦ ਹੀ ਬਾਹਰ ਨਿਕਲਣ ਦਾ ਫੈਸਲਾ ਕਰ ਲਿਆ ਸੀ। ਹਰਿਆਣਾ ਨੇ ਆਪਣੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਦੇ ਨਾਲ ਐਫੀਲੀਏਸ਼ਨ ਵਾਪਸ ਲੈ ਲਈ ਸੀ। ਹਰਿਆਣਾ ਸਰਕਾਰ ਦਾ ਇਹ ਫੈਸਲਾ ਇੱਕ ਪਾਸੜ ਅਤੇ ਬਿਨਾਂ ਸ਼ਰਤ ਸੀ। ਇਸ ਲਈ 1976 ਤੋਂ ਪੰਜਾਬ ਅਤੇ UT ਪ੍ਰਸ਼ਾਸਨ ਚੰਡੀਗੜ੍ਹ ਲੜੀਵਾਰ 40-60 ਦੇ ਰੇਸ਼ੋ ਦੇ ਮੁਤਾਬਕ ਯੂਨੀਵਰਸਿਟੀ ਨੂੰ ਰੱਖ-ਰਖਾਅ ਸੰਬੰਧੀ ਫੰਡ ਦਿੰਦੇ ਆ ਰਹੇ ਸੀ। ਪੰਜਾਬ ਦੇ ਤਕਰੀਬਨ ਪੌਣੇ 200 ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਐਫੀਲੀਏਟਡ ਨੇ। ਸੋ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਇਹ ਵਿਵਾਦ ਨਵਾਂ ਨਹੀਂ ਤੇ ਇਸ ਵਿਵਾਦ ਦੀ ਕੜੀਆਂ ਜੇਕਰ ਜੋੜੀਆਂ ਜਾਣ ਤਾਂ ਉਹ ਅਤੀਤ ਦੇ ਪੰਨਿਆਂ ਨੂੰ ਵੀ ਫਰੋੜਦੀਆਂ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।